11 ਰੁਪਏ 'ਚ ਕੱਪੜਾ, ਦੁਪਹਿਰ ਦਾ ਖਾਣਾ ਅਤੇ ਦਵਾਈ, ਉਹ ਸਾਰਾ ਕੁਝ 11 ਰੁਪਏ ਚੱਲ ਰਿਹਾ ਸੀ। ਅਸੀਂ ਇਸ ਕਰਕੇ ਐਂਬੂਲੈਂਸ ਵੀ 11 ਰੁਪਏ ਦੇ ਵਿੱਚ ਹੀ ਸ਼ੁਰੂ ਕਰਨ ਜਾ ਰਹੇ ਹਾਂ। ਚਾਹੇ ਸਾਨੂੰ ਪੇਸ਼ੈਂਟ ਨੂੰ ਦਿੱਲੀ ਛੱਡਣਾ ਪਵੇ, ਚਾਹੇ ਲੁਧਿਆਣੇ ਛੱਡਣਾ ਪਵੇ, ਚਾਹੇ ਲੋਕਲ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਇਹਦੀ ਭੇਟਾ ਸਿਰਫ 11 ਰੁਪਏ ਹੀ ਰਹੇਗੀ। ਉਹਨਾਂ ਦੇ ਪਰਿਵਾਰਾਂ ਦੇ ਜੀ ਕੁਆਰੰਟਾਈਨ ਹੋਣ ਕਰਕੇ ਉਹਨਾਂ ਦੇ ਫੁੱਲ ਤਾਰਨ ਨਹੀਂ ਜਾਂਦੇ। ਉਹਨਾਂ ਦੇ ਫੁੱਲ ਤਾਰਨ ਦੀ ਰਸਮ ਵੀ ਸਾਡੀ NGO ਵੱਲੋਂ ਅਦਾ ਕੀਤੀ ਜਾਂਦੀ। ਬਹੁਤ ਸਾਰੇ ਇਸ ਤਰ੍ਹਾਂ ਦੇ ਐਂਬੂਲੈਂਸ ਵਾਲੇ ਨੇ, ਮੈਂ ਉੱਥੇ ਦੇਖਿਆ ਕਿ ਉਹ ਕਰੋਨਾ ਦਾ ਨਾਮ ਲੈ ਕੇ ਜੀ ਇਹ ਕਰੋਨਾ ਪੇਸ਼ੈਂਟ ਹੈ ਅਤੇ ਕਰੋਨਾ ਪੇਸ਼ੈਂਟ ਦੇ ਅਸੀਂ ਇੰਨੇ ਪੈਸੇ ਹੀ ਚਾਰਜ ਕਰਦੇ ਹਾਂ ਅਤੇ ਉਹ ਆਪਣੀ ਮਰਜ਼ੀ ਦੇ ਰੇਟ ਵਸੂਲੀ ਕਰ ਰਹੇ, ਉਹ ਨਿਰੰਤਰ ਚੱਲ ਰਿਹਾ। ਸਾਡੇ ਜਲੰਧਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਵੀ ਹੋਏ ਨੇ ਕਿ ਇੱਕ ਪਰਿਵਾਰ ਦੇ 4 ਜੀ ਚਲੇ ਗਏ ਕਰੋਨਾ ਦੇ ਨਾਲ, ਔਰ 20 ਦਿਨਾਂ ਦੇ ਵਿੱਚ 4 ਜੀ ਚਲੇ ਗਏ, ਘਰ ਦੇ ਵਿੱਚ ਇਕੱਲੇ ਬੱਚੇ ਰਹਿ ਗਏ। ਔਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰੋਜ਼ ਦੁਪਹਿਰ ਦਾ ਖਾਣਾ ਤਿਆਰ ਹੁੰਦਾ, ਉਹਦਾ ਅਲੱਗ-ਅਲੱਗ ਮੈਨਿਊ ਹੈ ਜੀ। ਉਸ ਮੈਨਿਊ ਦੇ ਵਿੱਚ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਖਾਣਾ ਦਿੱਤਾ ਜਾਂਦਾ ਹੈ। ਇੱਕ ਰਾਸ਼ਨ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ। 1111 ਰੁਪਏ ਇੱਕ ਵਾਰੀ ਲਿੱਤੇ ਜਾਣਗੇ ਅਤੇ 6000 ਰੁਪਏ ਦਾ ਰਾਸ਼ਨ ਹਰ ਮਹੀਨੇ 500 ਰੁਪਏ ਦੇ ਹਿਸਾਬ ਨਾਲ 1 ਸਾਲ ਲਗਾਤਾਰ ਦਿੱਤਾ ਜਾਏਗਾ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਇਸ ਤਰ੍ਹਾਂ ਦਾ ਸ਼ਮਸ਼ਾਨ ਘਾਟ ਤਿਆਰ ਕਰਨ ਜਾ ਰਹੇ ਹਾਂ ਜਿਹੜਾ ਕਿ ਪੋਲਿਊਸ਼ਨ ਰਹਿਤ ਹੋਏਗਾ। ਕਰੋਨਾ ਦੌਰ ਦੇ ਵਿੱਚ ਜਦੋਂ ਆਪਣਿਆਂ ਤੋਂ ਦੂਰ ਹੋ ਗਏ ਤਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ। ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਲੋੜਵੰਦਾਂ ਦੀ ਬਾਂਹ ਫੜੀ। ਜਲੰਧਰ ਦੇ ਵਿੱਚ ਇੱਕ ਸੰਸਥਾ ਹੈ ਆਖਰੀ ਉਮੀਦ। ਲੋਕਾਂ ਦੇ ਲਈ ਵਾਕਈ ਹੀ ਇਹ ਸੰਸਥਾ ਆਖਰੀ ਉਮੀਦ ਸਾਬਤ ਹੋ ਰਹੀ ਹੈ। ਇਸ ਸੰਸਥਾ ਦੇ ਵੱਲੋਂ ਲੋੜਵੰਦਾਂ ਨੂੰ 11 ਰੁਪਏ ਦੇ ਵਿੱਚ ਰੋਟੀ, ਦਵਾਈਆਂ, ਕੱਪੜੇ, ਹਰ ਸਮਾਨ ਜਿਹੜਾ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਰੋਨਾ ਦੇ ਦੌਰ ਦੇ ਵਿੱਚ ਜਦੋਂ ਐਂਬੂਲੈਂਸਾਂ ਵਾਲੇ ਲੱਖਾਂ ਰੁਪਏ ਵਸੂਲਣ ਲੱਗੇ ਤਾਂ ਇਸ ਸੰਸਥਾ ਨੇ 11 ਰੁਪਏ ਦੇ ਵਿੱਚ ਐਂਬੂਲੈਂਸ ਵੀ ਸ਼ੁਰੂ ਕਰ ਦਿੱਤੀ ਹੈ। ਇਹ ਐਂਬੂਲੈਂਸ 11 ਰੁਪਏ ਦੇ ਵਿੱਚ ਹੁਣ ਮਰੀਜ਼ਾਂ ਦੀ ਮਦਦ ਕਰਿਆ ਕਰੇਗੀ, ਲੋੜਵੰਦਾਂ ਦੀ ਸਹਾਇਤਾ ਕਰਿਆ ਕਰੇਗੀ। ਪੰਜਾਬ ਦੇ ਜਿਹੜੇ ਵੀ ਕੋਨੇ ਦੇ ਵਿੱਚ ਜਾਣਾ ਜਾਂ ਪੰਜਾਬ ਤੋਂ ਬਾਹਰ ਵੀ ਜਾਣਾ ਤਾਂ ਇਹ ਸੰਸਥਾ 11 ਰੁਪਏ ਦੇ ਵਿੱਚ ਐਂਬੂਲੈਂਸ ਭੇਜੇਗੀ। ਇਹ ਸੰਸਥਾ ਕੰਮ ਕਿਵੇਂ ਕਰ ਰਹੀ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇਸ ਸੰਸਥਾ ਦੇ ਮੈਂਬਰ ਜਤਿੰਦਰ ਸਿੰਘ ਮੌਜੂਦ ਹੈਗੇ ਨੇ। ਇੱਕ ਗੱਲ ਹੋਰ ਦੱਸ ਦਈਏ ਕਿ ਇਸ ਸੰਸਥਾ ਦੇ ਵੱਲੋਂ ਇਸ ਦੌਰ ਦੇ ਵਿੱਚ ਕਰੋਨਾ ਦੇ ਨਾਲ ਜਿਹੜੇ ਵਿਅਕਤੀਆਂ ਦੀ ਮੌਤ ਹੋ ਰਹੀ ਹੈ ਉਹਨਾਂ ਦਾ ਸੰਸਕਾਰ ਵੀ ਕੀਤਾ ਜਾ ਰਿਹਾ ਹੈ। ਤਾਂ ਜਤਿੰਦਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ TV ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਅੱਛਾ, ਮੇਰਾ ਪਹਿਲਾ ਸਵਾਲ ਇਹੀ ਹੈ ਵੀ 11 ਰੁਪਏ ਤੁਸੀਂ ਰੱਖਿਆ ਲੋੜਵੰਦਾਂ ਦੇ ਲਈ, 11 ਰੁਪਏ ਦਾ ਕੀ ਕਾਰਨ ਹੈ? ਵੀਰ ਜੀ, ਇਸ ਤਰ੍ਹਾਂ ਕਿ ਪਿਛਲੇ ਸਾਲ ਤੋਂ ਲੈ ਕੇ ਆਖਰੀ ਉਮੀਦ ਸੰਸਥਾ ਵੱਲੋਂ ਜਿਸ ਤਰ੍ਹਾਂ ਕਿ ਕੱਪੜੇ ਦੇ ਨਾਲ ਕੋਈ TV, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ, ਕੋਈ ਵੀ ਵੱਡਾ ਸਮਾਨ ਆਉਂਦਾ ਉਹ 11 ਰੁਪਈਆਂ ਦੇ ਵਿੱਚ ਹੀ ਲੋੜਵੰਦਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਸੀ। ਔਰ 11 ਰੁਪਏ 'ਚ ਕੱਪੜਾ, ਦੁਪਹਿਰ ਦਾ ਖਾਣਾ ਅਤੇ ਦਵਾਈ, ਉਹ ਸਾਰਾ ਕੁਝ 11 ਰੁਪਏ ਚੱਲ ਰਿਹਾ ਸੀ। ਅਸੀਂ ਇਸ ਕਰਕੇ ਐਂਬੂਲੈਂਸ ਵੀ 11 ਰੁਪਏ ਦੇ ਵਿੱਚ ਹੀ ਸ਼ੁਰੂ ਕਰਨ ਜਾ ਰਹੇ ਹਾਂ। ਅੱਛਾ, ਐਂਬੂਲੈਂਸ ਦਾ ਕਿੱਦਾਂ ਖਿਆਲ ਆਇਆ? ਕਿਉਂਕਿ ਪਿੱਛੇ ਜੀ ਖਬਰਾਂ ਵੀ ਆਈਆਂ, ਤੁਸੀਂ ਵੀ ਉਹ ਦੌਰ ਦੇਖਿਆ ਜਦੋਂ ਸੰਸਕਾਰ ਕਰਨ ਜਾਂਦੇ ਹੋਵੋਗੇ ਤਾਂ ਬਹੁਤ ਸਾਰੀਆਂ ਤੁਹਾਨੂੰ ਵੀ ਇਹ ਘਟਨਾਵਾਂ ਦੇਖਣ ਨੂੰ ਮਿਲੀਆਂ ਹੋਣਗੀਆਂ। ਕੀ ਲੱਗਦਾ ਸੀਗਾ ਕਿ ਕੋਈ ਇਦਾਂ ਦੀ ਘਟਨਾ ਵਾਪਰੀ ਵੀ ਜਿੱਥੋਂ ਹੁਣ ਪਤਾ ਲੱਗਾ ਕਿ ਇਹ ਵਾਕਈ ਇਹ ਸ਼ੁਰੂ ਕਰਨ ਦੀ ਲੋੜ ਹੈ ਹੁਣ? ਜੀ ਬਿਲਕੁਲ ਵੀਰ ਜੀ, ਇੱਦਾਂ ਕਿ ਆਖਰੀ ਉਮੀਦ ਸੰਸਥਾ ਵੱਲੋਂ ਜਲੰਧਰ ਸ਼ਹਿਰ ਦੇ ਵਿੱਚ ਕਰੋਨਾ ਕਾਲ ਦੇ ਚਲਦਿਆਂ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ, ਕਰੋਨਾ ਦੀ ਭੇਟ ਚੜ੍ਹ ਗਏ, ਉਹਨਾਂ ਦੇ ਸੰਸਕਾਰਾਂ ਦੀ ਸੇਵਾ ਨਿਰੰਤਰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਨਿਭਾਈ ਜਾ ਰਹੀ ਹੈ। ਜਿੱਥੇ ਕਿ ਆਖਰੀ ਉਮੀਦ ਸੰਸਥਾ ਵੱਲੋਂ 499 ਸੰਸਕਾਰਾਂ ਦੀ ਸੇਵਾ ਨਿਭਾਈ ਗਈ ਜਾਂ ਗੁਰੂ ਰਾਮਦਾਸ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਲਈ। ਉੱਥੇ ਦੇਖਣ ਨੂੰ ਮਿਲਿਆ ਕਿ ਬੜੇ ਐਂਬੂਲੈਂਸ ਵਾਲੇ ਜਿਹੜੇ ਉੱਥੇ ਆਉਂਦੇ ਸੀ ਔਰ ਆਪਣੀ ਮਰਜ਼ੀ ਦੇ ਰੇਟ ਵਸੂਲੀ ਕਰ ਰਹੇ ਸੀਗੇ। ਔਰ ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਸਮਰੱਥ ਨਹੀਂ ਸੀ, ਜਿਹੜੇ ਕਿ ਇੰਨੇ ਪੈਸੇ ਦੇਣ ਦੇ ਸਮਰੱਥ ਨਹੀਂ ਸੀ, ਔਰ ਉਹਨਾਂ ਕੋਲੋਂ ਆਪਣੀ ਮਰਜ਼ੀ ਦੇ ਰੇਟ ਜਦੋਂ ਵਸੂਲੇ ਜਾ ਰਹੇ ਸੀਗੇ ਤੇ ਉੱਥੇ ਉਹਨਾਂ ਨੂੰ ਅਸੀਂ ਦੇਖਿਆ ਕਿ ਅਗਰ ਸਾਨੂੰ ਇਸ ਸੰਸਥਾ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਅਸੀਂ ਆਪਣੀ ਇਸ ਕਰਕੇ ਇਹ ਐਂਬੂਲੈਂਸ ਜਿਹੜੀ ਸੇਵਾ ਆ ਇਹ 11 ਰੁਪਈਆਂ ਦੇ ਵਿੱਚ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ ਕਿ ਜਿਹੜਾ ਵੀ ਕੋਈ ਲੋੜਵੰਦ ਪਰਿਵਾਰ ਹੈ ਜਾਂ ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਜਿਹੜਾ ਕਿ ਸਮਰੱਥ ਨਹੀਂ ਹੈ, ਕਿਸੇ ਨੂੰ ਲੋੜ ਹੈ, ਉਹ ਸਾਡੀ ਸੰਸਥਾ ਵੱਲੋਂ ਇਹ NGO ਵੱਲੋਂ ਇਹ 11 ਰੁਪਈਏ ਦੇ ਵਿੱਚ ਐਂਬੂਲੈਂਸ ਸਟਾਰਟ ਕੀਤੀ ਜਾ ਰਹੀ ਹੈ। ਔਰ ਉਹਦੇ ਵਿੱਚ ਚਾਹੇ ਸਾਨੂੰ ਪੇਸ਼ੈਂਟ ਨੂੰ ਦਿੱਲੀ ਛੱਡਣਾ ਪਵੇ, ਚਾਹੇ ਲੁਧਿਆਣੇ ਛੱਡਣਾ ਪਵੇ, ਚਾਹੇ ਲੋਕਲ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਇਹਦੀ ਭੇਟਾ ਸਿਰਫ 11 ਰੁਪਏ ਹੀ ਰਹੇਗੀ। ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇਹ ਸਾਰੀ ਸੰਗਤ ਦੇ ਸਹਿਯੋਗ ਸਦਕਾ ਐਂਬੂਲੈਂਸ ਆਈ ਹੈ ਔਰ ਐਂਬੂਲੈਂਸ ਉਹਨਾਂ ਦੇ ਸਦਕਾ ਹੀ, ਉਹਨਾਂ ਦੀਆਂ ਅਸੀਸਾਂ, ਬਲੈਸਿੰਗਸ ਔਰ ਉਹਨਾਂ ਦੇ ਦਸਵੰਧ ਸਦਕਾ ਹੀ ਇਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ।
ਅੱਛਾ, ਇਹ ਐਂਬੂਲੈਂਸ ਦੇ ਨਾਲ ਤੁਸੀਂ ਸੰਸਕਾਰ ਕਰਨ ਵੀ ਜਾਂਦੇ ਹੋ ਉੱਥੇ ਕਰੋਨਾ ਮਰੀਜ਼ਾਂ ਦੇ ਜਿਨ੍ਹਾਂ ਦਾ ਮੌਤ ਹੋ ਜਾਂਦੀ ਹੈ, ਤਾਂ ਉੱਥੇ ਕਿਹੋ ਜਿਹੇ ਕੇਸ ਸਾਹਮਣੇ ਆ ਰਹੇ ਨੇ? ਜਿੱਦਾਂ ਮੈਂ ਸਟਾਰਟਿੰਗ 'ਚ ਹੀ ਗੱਲ ਕੀਤੀ ਸੀਗੀ ਕਿ ਆਪਣੇ ਵੀ ਆਪਣਿਆਂ ਤੋਂ ਦੂਰ ਹੋ ਗਏ ਨੇ, ਉਹ ਵੀ ਉਹਨਾਂ ਦੇ ਕੋਲ ਜਾਣ ਨੂੰ ਰਾਜੀ ਨਹੀਂ ਹੋ ਰਹੇ। ਇੱਥੇ ਕਿਹੋ ਜਿਹੇ ਕੇਸ ਸਾਹਮਣੇ ਆ ਰਹੇ ਨੇ ਜਿੱਥੇ ਜਾ ਕੇ ਤੁਹਾਨੂੰ ਸੰਸਕਾਰ ਕਰਨਾ ਪੈ ਰਿਹਾ? ਬਹੁਤ ਕੇਸ ਇਸ ਤਰ੍ਹਾਂ ਦੇ ਨੇ ਵੀਰ ਜੀ। ਦੇਖੋ ਕਿ ਕਰੋਨਾ ਦਾ ਅਗਰ ਗੱਲ ਕਰੀਏ ਤੇ ਜਲੰਧਰ ਸ਼ਹਿਰ ਦੇ ਵਿੱਚ ਇਸ ਟਾਈਮ ਕਰੋਨਾ ਦੀ ਗੱਲ ਕੀਤੀ ਜਾਵੇ ਤੇ ਬਹੁਤ ਚਿੰਤਾਜਨਕ ਸਥਿਤੀ ਹੈ। ਜਲੰਧਰ ਸ਼ਹਿਰ ਦੇ ਬਹੁਤ ਹਾਲਾਤ ਗੰਭੀਰ ਬਣੇ ਹੋਏ ਨੇ, ਜਿੱਥੇ ਕਿ ਡੇਲੀ ਮਤਲਬ 12-13 ਮੌਤਾਂ ਹੋ ਰਹੀਆਂ ਨੇ। ਉਹਨਾਂ ਵਿੱਚ ਬੜੇ ਪਰਿਵਾਰ ਇਸ ਤਰ੍ਹਾਂ ਦੇ ਨੇ ਕਿ ਉਹ ਕਰੋਨਾ ਤੋਂ ਬਹੁਤ ਡਰੇ ਹੋਏ ਨੇ, ਔਰ ਕੁਝ ਆਪ ਘਰ ਦੇ ਵਿੱਚ ਕੁਆਰੰਟਾਈਨ ਹੋਏ ਹੁੰਦੇ ਨੇ, ਔਰ ਉਹ ਉਸ ਕੁਆਰੰਟਾਈਨ ਕਰਕੇ ਉਹ ਉੱਥੇ ਨਹੀਂ ਆ ਸਕਦੇ ਤੇ ਉਹਨਾਂ ਦੇ ਸੰਸਕਾਰ ਦੀ ਸੇਵਾ ਉਹਦੇ ਨਾਲ ਕਿਸੇ ਵੇਲੇ ਤਾਂ ਸਾਨੂੰ ਲੁਧਿਆਣੇ ਤੋਂ ਜਾਂ ਅੰਮ੍ਰਿਤਸਰ ਤੋਂ ਬੋਡੀਆਂ ਲਿਆ ਕੇ ਇੱਥੇ ਸੰਸਕਾਰ ਦੀ ਸੇਵਾ ਅਸੀਂ ਨਿਭਾ ਰਹੇ ਹਾਂ। ਉਹਨਾਂ ਦੇ ਪਰਿਵਾਰਾਂ ਦੇ ਜੀ ਕੁਆਰੰਟਾਈਨ ਹੋਣ ਕਰਕੇ ਉਹਨਾਂ ਦੇ ਫੁੱਲ ਤਾਰਨ ਨਹੀਂ ਜਾਂਦੇ, ਉਹਨਾਂ ਦੇ ਫੁੱਲ ਤਾਰਨ ਦੀ ਰਸਮ ਵੀ ਸਾਡੀ NGO ਵੱਲੋਂ ਅਦਾ ਕੀਤੀ ਜਾਂਦੀ ਹੈ। ਅੱਛਾ, ਇਹ ਜਿੱਦਾਂ ਦਾ ਇਹ ਦੌਰ ਚੱਲਦਾ ਪਿਆ, ਪ੍ਰਸ਼ਾਸਨ ਦੇ ਵੱਲੋਂ ਵੀ ਨਾਲ ਮਦਦ ਕੀਤੀ ਜਾ ਰਹੀ ਤੁਹਾਡੀ ਪੂਰੀ? ਹੁਣ ਜਿੱਦਾਂ ਐਂਬੂਲੈਂਸ ਸ਼ੁਰੂ ਕੀਤੀ ਹੈ ਤੁਸੀਂ, ਇਹ ਕੇਸ ਤਾਂ ਪਹਿਲਾਂ ਵੀ ਸਾਹਮਣੇ ਆਏ ਸੀਗੇ ਕਿ ਐਂਬੂਲੈਂਸ ਵਾਲੇ ਜਿਹੜੇ ਨੇ ਉਹ ਲੱਖਾਂ ਰੁਪਏ ਵਸੂਲ ਰਹੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ। ਲੱਗਦਾ ਕਿ ਇਹ ਸਿਸਟਮ ਦੇ ਵਿੱਚ ਖਰਾਬੀ ਹੈ? ਜੇਕਰ ਸਿਸਟਮ ਸਹੀ ਹੋਵੇ ਤਾਂ ਇਹਨਾਂ ਚੀਜ਼ਾਂ ਦੀ ਵੀ ਲੋੜ ਨਾ ਪਵੇ। ਬਿਲਕੁਲ ਵੀਰ ਜੀ, ਬਿਲਕੁਲ। ਦੇਖੋ DC ਸਾਹਿਬ ਨੇ ਪਿੱਛੇ ਜੋ ਇਨਸਟਰਕਸ਼ਨਸ ਦਿੱਤੀਆਂ ਸੀਗੀਆਂ, ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਐਂਬੂਲੈਂਸ ਵਾਲਾ ਇਹਦੇ ਤੋਂ ਵੱਧ ਪੈਸੇ ਨਹੀਂ ਚਾਰਜ ਕਰੇਗਾ। ਉਹਨਾਂ ਨੇ ਪਰ ਕਿਲੋਮੀਟਰ ਦੇ ਹਿਸਾਬ ਨਾਲ ਵੀ ਕੀਤਾ, ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਐਂਬੂਲੈਂਸ ਵਾਲੇ ਨੇ, ਮੈਂ ਉੱਥੇ ਦੇਖਿਆ ਕਿ ਉਹ ਕਰੋਨਾ ਦਾ ਨਾਮ ਲੈ ਕੇ ਜੀ ਇਹ ਕਰੋਨਾ ਪੇਸ਼ੈਂਟ ਹੈ ਤੇ ਕਰੋਨਾ ਪੇਸ਼ੈਂਟ ਦੇ ਅਸੀਂ ਇੰਨੇ ਪੈਸੇ ਹੀ ਚਾਰਜ ਕਰਦੇ ਹਾਂ, ਤੇ ਉਹ ਆਪਣੀ ਮਰਜ਼ੀ ਦੇ ਰੇਟ ਵਸੂਲੀ ਕਰ ਰਹੇ, ਉਹ ਨਿਰੰਤਰ ਚੱਲ ਰਿਹਾ ਹੈ। ਅੱਛਾ, ਤੁਸੀਂ ਜਦੋਂ ਸੰਸਕਾਰ ਕਰਨ ਜਾਂਦੇ ਸੀ ਜਾਂ ਉਦੋਂ ਪਰਿਵਾਰਾਂ ਦੇ ਨਾਲ ਗੱਲਬਾਤ ਹੁੰਦੀ, ਉਦੋਂ ਇਦਾਂ ਦੇ ਕੇਸ ਸਾਹਮਣੇ ਹੁੰਦੇ ਸੀਗੇ ਕਿ ਜਦੋਂ ਐਂਬੂਲੈਂਸ ਵਾਲੇ ਧੱਕਾ ਕਰਦੇ ਨੇ? ਬਿਲਕੁਲ ਜੀ, ਬਿਲਕੁਲ। ਬਹੁਤ ਸਾਰੇ ਕੇਸ ਆਉਂਦੇ ਨੇ ਜੀ। ਐਂਬੂਲੈਂਸ ਵਾਲੇ ਆਪਣੀ ਮਰਜ਼ੀ ਦੇ ਰੇਟ ਵਸੂਲੀ ਕਰ ਰਹੇ। ਪਟੇਲ ਹਸਪੀਟਲ ਤੋਂ ਇੱਕ ਡੈੱਡ ਬੋਡੀ ਐਂਬੂਲੈਂਸ ਵਾਲੇ ਮੇਰੇ ਭਾਈ ਸਾਹਿਬ ਜੀ ਲੈ ਕੇ ਆਏ, ਔਰ ਉਹਨਾਂ ਨੇ ਉਸ ਫੈਮਿਲੀ ਦੇ ਕੋਲੋਂ 3500 ਰੁਪਈਆ ਮੰਗਿਆ ਭਾਜੀ। ਔਰ ਜਦ ਕਿ ਪਟੇਲ ਹਸਪੀਟਲ ਤੋਂ ਮਾਡਲ ਟਾਊਨ ਸ਼ਮਸ਼ਾਨ ਘਾਟ ਦੀ ਜਿਹੜੀ ਦੂਰੀ ਹੈ ਉਹ 3 ਕਿਲੋਮੀਟਰ ਹੈ, ਔਰ ਉਹ ਪਰਿਵਾਰ ਇੰਨਾ ਸਮਰੱਥ ਨਹੀਂ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ 3500 ਰੁਪਈਆ ਬਹੁਤ ਜ਼ਿਆਦਾ ਹੈ, ਤੁਸੀਂ ਇੰਨੇ ਪੈਸੇ ਨਾ ਲਓ, ਜੋ ਜਾਇਜ਼ ਆ ਉਹ ਲੈ ਲਓ। ਲੇਕਿਨ ਉਹ ਨਹੀਂ ਮੰਨਿਆ। ਉਹ ਬੰਦਾ 200-300 ਰੁਪਈਆ ਘਟਾ ਕੇ ਉਹ ਸਾਰਾ ਕੇਸ ਦੇਖਣ ਤੋਂ ਬਾਅਦ ਹੀ ਅਸੀਂ ਇਹ ਐਂਬੂਲੈਂਸ ਬਾਰੇ ਸੋਚਿਆ, ਔਰ ਅਸੀਂ ਆਪਣੇ ਸਾਰੇ ਟੀਮ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਅਸੀਂ ਏਜੰਡਾ ਲਿਖਿਆ ਕਿ ਅਸੀਂ ਜਲਦੀ ਤੋਂ ਜਲਦੀ ਐਂਬੂਲੈਂਸ ਸੇਵਾ ਸ਼ੁਰੂ ਕਰਨੀ ਹੈ, ਔਰ ਅੱਜ ਇਹ ਸੰਗਤ ਦੇ ਸਾਰੇ ਸਹਿਯੋਗ ਸਦਕਾ ਇਹ ਐਂਬੂਲੈਂਸ ਸਾਡੇ ਕੋਲ ਆ ਗਈ ਹੈ, ਔਰ 1 ਜਾਂ 2 ਦਿਨ ਦੇ ਵਿੱਚ ਅਸੀਂ ਇਸ ਐਂਬੂਲੈਂਸ ਨੂੰ ਲਾਂਚ ਕਰਨ ਜਾ ਰਹੇ ਹਾਂ। ਔਰ ਮੈਂ ਦੱਸਣਾ ਚਾਹੁੰਦਾ ਕਿ ਕਿਸੇ ਵੀ ਪਰਿਵਾਰ ਨੂੰ, ਕਿਸੇ ਵੀ ਮੈਂਬਰ ਨੂੰ, ਕਿਸੇ ਵੀ ਜੀ ਨੂੰ ਕਿਸੇ ਵੇਲੇ ਵੀ ਐਂਬੂਲੈਂਸ ਦੀ ਲੋੜ ਪਵੇ, ਉਹ ਸਾਡੀ ਸੰਸਥਾ ਦੇ ਨੰਬਰ 9115560161 ਔਰ ਐਂਬੂਲੈਂਸ ਦਾ ਜੋ ਨੰਬਰ ਹੈ 9115560162। ਇਸੇ ਤਰ੍ਹਾਂ ਸਾਡੀ ਸੰਸਥਾ ਦੇ 5 ਨੰਬਰ ਚੱਲ ਰਹੇ ਨੇ 61 62 63 64 65। ਉਹਨਾਂ 5 ਨੰਬਰਾਂ ਦੇ ਉੱਤੇ ਕਿਸੇ ਵੇਲੇ ਵੀ ਕੋਈ ਸੰਪਰਕ ਕਰ ਸਕਦਾ ਹੈ, ਔਰ ਇਸ ਦੀ ਕਿਤੇ ਵੀ ਪੇਸ਼ੈਂਟ ਨੂੰ ਛੱਡਣਾ ਪਵੇ, ਇਹਦੀ ਸਪੇਟਾ ਸਿਰਫ 11 ਰੁਪਏ ਹੀ ਰਹੇਗੀ। ਅੱਛਾ, ਇਹ ਸੰਸਕਾਰ ਜਾਂ ਐਂਬੂਲੈਂਸ ਦੀ ਜਿਹੜੀ ਸੇਵਾ ਹੈ ਇਹ ਲੋਕਲ ਜਲੰਧਰ ਦੇ ਵਿੱਚੋਂ ਹੀ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਕਿ ਜਾਂ ਪੰਜਾਬ ਤੋਂ ਬਾਹਰੋਂ ਵੀ ਤੁਹਾਨੂੰ ਫੋਨ ਕਰ ਦਿੰਦੇ ਨੇ, ਜਾਂ ਸਪੋਜ਼ ਕਰੋ ਅੰਮ੍ਰਿਤਸਰ ਜਾਂ ਗੁਰਦਾਸਪੁਰ ਦੇ ਵਿੱਚ ਕੋਈ ਇਦਾਂ ਦਾ ਕੇਸ ਆ ਗਿਆ ਤਾਂ ਉੱਥੇ ਵੀ ਪਹੁੰਚ ਕਰ ਦਿੰਦੇ ਹੋ? ਜੀ ਵੀਰ ਜੀ, ਬਿਲਕੁਲ। ਅਸੀਂ ਕੁਝ ਜਿਸ ਤਰ੍ਹਾਂ ਪਿੱਛੇ ਇੱਕ ਕੇਸ ਆ, ਅਸੀਂ ਟਾਂਡੇ ਲਾਗੇ ਤਾਗੇ ਜਲੰਧਰ ਸ਼ਹਿਰ ਦੇ ਜਿਹੜੇ ਪਿੰਡ ਨੇ ਉਹਦੇ ਨਾਲ ਅਸੀਂ ਪਠਾਨਕੋਟ ਵੀ ਜਾ ਕੇ ਇੱਕ ਕਰਮਿਸ਼ਨ ਦੀ ਸੇਵਾ ਨਿਭਾਈਏ। ਬੜੇ ਪਰਿਵਾਰ ਇਸ ਤਰ੍ਹਾਂ ਦੇ ਨੇ ਕਿ ਉਹ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਰੋਨਾ ਤੋਂ, ਔਰ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਵੀ ਹੋਏ ਨੇ ਕਿ ਇੱਕ ਪਰਿਵਾਰ ਦੇ 4 ਜੀ ਚਲੇ ਗਏ ਕਰੋਨਾ ਦੇ ਨਾਲ, ਔਰ 20 ਦਿਨਾਂ ਦੇ ਵਿੱਚ 4 ਜੀ ਚਲੇ ਗਏ, ਘਰ ਦੇ ਵਿੱਚ ਇਕੱਲੇ ਬੱਚੇ ਰਹਿ ਗਏ। ਔਰ ਆਪਾਂ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਹਾਂ ਕਿ ਕਰੋਨਾ ਹੈ ਜਾਂ ਨਹੀਂ ਹੈ। ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ ਦੋਨੇ ਹੱਥ ਜੋੜ ਕੇ ਕਿ ਕਰੋਨਾ ਇਸ ਟਾਈਮ ਬਹੁਤ ਪੀਕ ਤੇ ਹੈ। ਤੁਸੀਂ ਆਪਣੇ ਪਰਿਵਾਰ ਦਾ ਧਿਆਨ ਰੱਖੋ, ਔਰ ਆਪਣੇ ਪਰਿਵਾਰ ਦਾ ਧਿਆਨ ਰੱਖ ਕੇ ਹੀ ਅਸੀਂ ਆਪਣੇ ਸਮਾਜ ਨੂੰ ਬਚਾ ਪਾਵਾਂਗੇ। ਔਰ ਅੱਜ ਕਰੋਨਾ ਦੇ ਚਲਦਿਆਂ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਇਕੱਠੇ ਹੋ ਕੇ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਆਈਏ। ਅੱਛਾ, ਇੱਥੇ ਵੀ ਜਿੱਦਾਂ ਤੁਸੀਂ ਅੰਦਰ ਮੈਂ ਦੇਖਿਆ ਮੈਨੂ ਲਾਇਆ ਹੋਇਆ ਰੋਟੀ ਦਾ ਵੀ, ਇਸ ਕਿਸ ਤਰੀਕੇ ਦੇ ਨਾਲ ਡਿਸਾਈਡ ਕਰਦੇ ਹੋ? ਡੇਲੀ ਇਸੇ ਤਰੀਕੇ ਨਾਲ ਚੱਲਦਾ ਕਿ ਜਾਂ ਲੋਕਾਂ ਨੂੰ ਜਿੱਦਾਂ ਪਤਾ ਲੱਗ ਚੁੱਕਾ ਕਿ ਹੁਣ ਇੱਥੇ ਇੰਨੇ ਵਜੇ ਰੋਟੀ ਮਿਲੇਗੀ ਹੁਣ? ਹਾਂਜੀ ਵੀਰ ਜੀ, ਇਹ ਇੱਥੇ ਟਾਈਮ ਹੈ ਜੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਦਾ ਜਿਹੜਾ ਖਾਣਾ ਹੈ, ਜਿਸ ਤਰ੍ਹਾਂ ਕਿ DC ਸਾਹਿਬ ਨੇ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ 3 ਵਜੇ ਬੰਦ ਹੋ ਜਾਂਦਾ ਹੈ, ਔਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰੋਜ਼ ਦੁਪਹਿਰ ਦਾ ਖਾਣਾ ਤਿਆਰ ਹੁੰਦਾ। ਉਹਦਾ ਅਲੱਗ-ਅਲੱਗ ਮੈਨਿਊ ਹੈ ਜੀ। ਉਸ ਮੈਨਿਊ ਦੇ ਵਿੱਚ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਖਾਣਾ ਦਿੱਤਾ ਜਾਂਦਾ। ਰੋਜ਼ 40 ਤੋਂ 45 ਪ੍ਰਾਣੀ ਇੱਥੇ ਖਾਣਾ ਖਾ ਕੇ ਜਾਂਦੇ ਨੇ। ਮੈਂ ਬੇਨਤੀ ਕਰਨਾ ਚਾਹੁੰਦਾ, ਸੰਗਤ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਕਿਸੇ ਤਰੀਕੇ ਦਾ ਰਾਸ਼ਨ, ਕਿਸੇ ਤਰੀਕੇ ਦੀ ਡੋਨੇਸ਼ਨ
ਤੁਸੀਂ ਇੱਥੇ ਦੇ ਸਕਦੇ ਹੋ। ਤੁਸੀਂ ਆਪਣੇ ਘਰ ਦੇ ਵਿੱਚੋਂ ਆਟਾ ਦੇ ਸਕਦੇ ਹੋ, ਦਾਲ ਦੇ ਸਕਦੇ ਹੋ, ਨਮਕ ਦੇ ਸਕਦੇ ਹੋ, ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਅਸੀਂ ਇਸ NGO ਨੂੰ ਅੱਗੇ ਚਲਾ ਰਹੇ ਹਾਂ। ਅੱਛਾ, ਜਦੋਂ ਸ਼ੁਰੂਆਤ ਕੀਤੀ ਸੀ NGO ਦੀ, ਉਦੋਂ ਕਿਹੜੀਆਂ ਸਮਾਨ ਰੱਖਿਆ ਸੀ ਜਿਹੜਾ 11 ਰੁਪਏ ਦੇ ਵਿੱਚ ਮੁਹੱਈਆ ਕਰਵਾਉਂਦੇ ਸੀਗੇ? ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਇਹ 2018 ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਸੀ, ਔਰ 2018 ਦੇ ਵਿੱਚ ਜਦੋਂ ਅਸੀਂ NGO ਬਣਾਈ ਸੀਗੀ, ਅਸੀਂ ਇਹ 11 ਮੈਂਬਰੀ ਕਮੇਟੀ ਤੋਂ ਸਟਾਰਟ ਕੀਤਾ ਸੀਗਾ। ਔਰ ਉਹਦੇ ਵਿੱਚ ਜਿਸ ਤਰ੍ਹਾਂ ਕਿਸੇ ਪਰਿਵਾਰ ਨੂੰ ਦਵਾਈਆਂ ਦੀ ਲੋੜ ਸੀਗੀ, ਆਪਾਂ ਉਹਨੂੰ ਦਵਾਈਆਂ ਮੁਹੱਈਆ ਕਰਾਉਂਦੇ ਸੀਗੇ। ਕਿਸੇ ਨੂੰ ਬਲੱਡ ਦੀ ਲੋੜ ਸੀ, ਅਸੀਂ ਉਹਨੂੰ ਬਲੱਡ ਮੁਹੱਈਆ ਕਰਾਉਂਦੇ ਸੀਗੇ। ਕਿਸੇ ਦਾ ਬੱਚੇ ਅਗਰ ਉਹ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ, ਪੈਸੇ ਨਹੀਂ ਹੈ, ਸਮਰੱਥ ਨਹੀਂ ਹੈ, ਤਾਂ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀ, ਬੁੱਕਸ ਦਿੱਤੀਆਂ ਜਾਂਦੀਆਂ ਸੀ। ਔਰ 2020 ਦੇ ਵਿੱਚ ਜਦੋਂ ਕਰੋਨਾ ਸਟਾਰਟ ਹੋਇਆ, ਪਿਛਲੇ ਅਗਸਤ ਤੋਂ ਅਸੀਂ ਇਹ ਆਫਿਸ ਓਪਨ ਕੀਤਾ ਬਸਤੀ ਸ਼ੇਖ ਰੋਡ ਦੇ ਉੱਤੇ, ਤੇ ਉਦੋਂ ਤੋਂ ਅਸੀਂ ਇਹ ਨਿਰੰਤਰ ਇਹ ਸੇਵਾ ਨਿਭਾ ਰਹੇ ਹਾਂ। ਅੱਛਾ, ਅੱਗੇ ਕੀ ਹੁਣ? ਅੱਗੇ ਵੀ ਕਈ ਵਾਰੀ ਪਲਾਨ ਬਣਦਾ, ਜਿੱਦਾਂ ਤੁਸੀਂ ਹਾਲਾਤ ਦੇਖੇ ਤਾਂ ਐਂਬੂਲੈਂਸ ਅੱਗੇ ਖੜੀ ਕਰਤੀ, ਲੱਗਦਾ ਕਿ ਹੋਰ ਵੀ ਚੀਜ਼ਾਂ ਇਹ ਨਾਕਾਮੀਆਂ ਸਾਬਤ ਹੋ ਰਹੀਆਂ ਨੇ ਪ੍ਰਸ਼ਾਸਨ ਦੀਆਂ, ਜਿਹੜੀਆਂ ਲੱਗਦੀਆਂ ਕਿ ਹੁਣ NGO ਦੇ ਵਿੱਚ ਅੱਗੇ ਤੁਸੀਂ ਉਹ ਵੀ ਸਟਾਰਟ ਕਰੋਗੇ ਆਉਣ ਵਾਲੇ ਸਮੇਂ 'ਚ? ਅਸੀਂ ਵੀਰ ਜੀ 1111 ਰੁਪਈਆਂ ਦੇ ਵਿੱਚ ਇੱਕ ਰਾਸ਼ਨ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਲੋੜਵੰਦ ਪਰਿਵਾਰਾਂ ਵਾਸਤੇ। ਉਹਦੇ ਵਿੱਚ 1111 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਏਗਾ ਹਰ ਮਹੀਨੇ 500 ਰੁਪਈਏ ਦਾ। 1111 ਰੁਪਈਏ ਇੱਕ ਵਾਰੀ ਲਿੱਤੇ ਜਾਣਗੇ ਅਤੇ 6000 ਰੁਪਏ ਦਾ ਰਾਸ਼ਨ ਹਰ ਮਹੀਨੇ 500 ਰੁਪਈਏ ਦੇ ਹਿਸਾਬ ਨਾਲ 1 ਸਾਲ ਲਗਾਤਾਰ ਦਿੱਤਾ ਜਾਏਗਾ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਇਸ ਤਰ੍ਹਾਂ ਦਾ ਸ਼ਮਸ਼ਾਨ ਘਾਟ ਤਿਆਰ ਕਰਨ ਜਾ ਰਹੇ ਹਾਂ ਜਿਹੜਾ ਕਿ ਪੋਲਿਊਸ਼ਨ ਰਹਿਤ ਹੋਏਗਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਲੱਕੜ ਵੱਢ ਕੇ ਸਾਡੀ ਆਕਸੀਜਨ ਖਤਮ ਹੋ ਰਹੀ ਹੈ, ਔਰ ਜਿੰਨੇ ਸੰਸਕਾਰ ਡੇਲੀ ਹੋ ਰਹੇ ਨੇ, ਜਿੰਨੀ ਲੱਕੜ ਦੀ ਆਪਾਂ ਵਰਤੋਂ ਕਰ ਰਹੇ ਹਾਂ, ਉੱਥੇ ਮਸ਼ੀਨਾਂ ਦੇ ਵਿੱਚ ਵਰਤੋਂ ਨਹੀਂ ਹੋ ਰਹੀ। ਕਿਸ਼ਨਪੁਰੇ ਇੱਕ ਉੱਥੇ ਮਸ਼ੀਨ ਲੱਗੀ ਹੈ, ਲੇਕਿਨ ਉਹ ਇੱਕੋ ਹੀ ਹੈ। ਮਾਡਲ ਟਾਊਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਬਹੁਤ ਸਾਰੇ ਜਿੰਨੇ ਵੀ ਕਰੋਨਾ ਪੋਜ਼ਿਟਿਵ ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਆਉਂਦੀਆਂ ਨੇ, ਉਹ ਲੱਕੜ ਹੀ ਉੱਥੇ ਸਾਰੀ ਵਰਤੋਂ ਕੀਤੀ ਜਾ ਰਹੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਡ੍ਰੀਮ ਪ੍ਰੋਜੈਕਟ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਸ਼ਮਸ਼ਾਨ ਘਾਟ ਇਸ ਤਰ੍ਹਾਂ ਦਾ ਬਣਾਇਆ ਜਾਵੇ ਜਿਹਦੇ ਵਿੱਚ ਕਿ ਲੱਕੜ ਨਹੀਂ, ਇਕੱਲੀ ਮਸ਼ੀਨ ਚੱਲੇ। ਉਸ ਮਸ਼ੀਨ ਦੇ ਉੱਤੇ ਹੀ ਸਾਰੇ ਸੰਸਕਾਰ ਹੋਣ, ਔਰ ਆਪਾਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖ ਸਕੀਏ, ਔਰ ਆਪਣੇ ਇਸ ਸਮਾਜ ਨੂੰ ਬਚਾ ਸਕੀਏ। ਅੱਛਾ, ਜਿੱਦਾਂ ਸੰਸਕਾਰ ਕਰਕੇ ਆਉਂਦੇ ਹੋ ਤੁਸੀਂ, ਜਿੱਦਾਂ ਦੀਆਂ ਅਫਵਾਹਾਂ ਫੈਲਦੀਆਂ ਨੇ, ਲੋਕ ਡਰਦੇ ਨੇ, ਕਰੋਨਾ ਮਰੀਜ਼ ਦੇ ਕੋਲ ਤੱਕ ਜਾਣ ਨੂੰ ਡਰਦੇ ਨੇ, ਫਿਰ ਤੁਸੀਂ ਇਹਦੀ ਸਥਿਤੀ ਕੀ ਦੇਖਦੇ ਹੋ ਆ ਕੇ? ਜਿੱਦਾਂ ਪ੍ਰੀਕਾਸ਼ਨ ਵਗੈਰਾ ਫਿਰ ਕਿਸ ਤਰੀਕੇ ਨਾਲ ਖਿਆਲ ਰੱਖਦੇ ਹੋ ਆਪਣਾ? ਦੇਖੋ ਵੀਰ ਜੀ, ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਉੱਥੇ ਕਰੋਨਾ ਦੇ ਕਿਤੇ ਡੈੱਡ ਬੋਡੀ ਦੇ ਕਰਮੇਸ਼ਨ 'ਤੇ ਜਾਂਦੇ ਹਾਂ, ਸਾਡੀ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ, ਅਸੀਂ ਉਹਦੀ ਸਭ ਤੋਂ ਪਹਿਲੇ ਪਾਲਣਾ ਪੂਰੀ ਕਰਕੇ, ਆਪਣੀਆਂ PP ਕਿੱਟਾਂ ਵੇਅਰ ਕਰਕੇ, ਮਾਸਕ ਲਗਾ ਕੇ, ਆਪਣਾ ਸ਼ੂਜ਼ ਕਵਰ ਹੁੰਦੇ ਨੇ ਉਹ ਵੇਅਰ ਕਰਕੇ, ਗਲਵਜ਼ ਪਾ ਕੇ ਹੀ ਉਹਨੂੰ ਉੱਥੇ ਸਾਰਾ ਕੁਝ ਕਰਦੇ ਹਾਂ। ਔਰ ਉਸ ਤੋਂ ਸੰਸਕਾਰ ਦੀ ਸੇਵਾ ਤੋਂ ਬਾਅਦ ਜੋ ਵੀ ਸਮਾਨ ਹੁੰਦਾ, PP ਕਿੱਟ, ਗਲਵਜ਼, ਉਹ ਸਾਰਾ ਕੁਝ ਅਸੀਂ ਉੱਥੇ ਡਿਸਟਰੋਏ ਕਰ ਦਿੰਦੇ ਹਾਂ, ਔਰ ਉਹ ਪੂਰਾ ਪ੍ਰੀਕਾਸ਼ਨ ਰੱਖਿਆ ਜਾਂਦਾ। ਲੇਕਿਨ ਉਹ ਜਦੋਂ ਅਸੀਂ ਵੀ ਸੰਸਕਾਰ ਦੀ ਸੇਵਾ ਨਿਭਾਉਂਦੇ ਹਾਂ, ਉਹਦੇ 'ਚ ਚੌਪਈ ਸਾਹਿਬ ਦੇ ਪਾਠ ਦੀ ਸੇਵਾ ਔਰ ਅਰਦਾਸ ਦੀ ਸੇਵਾ ਸਾਡੀ ਸੰਸਥਾ ਵੱਲੋਂ ਕੀਤੀ ਜਾਂਦੀ ਹੈ। ਔਰ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਸਦਕਾ ਅਸੀਂ ਅੱਜ ਤੱਕ ਜਿੰਨੇ ਵੀ ਉੱਥੇ ਸੇਵਾ ਨਿਭਾ ਰਹੇ ਹਾਂ, ਉਹ ਸਾਰੇ ਹੀ ਮਹਾਰਾਜ ਨੇ ਤੰਦਰੁਸਤੀ ਸਾਰਿਆਂ ਨੂੰ ਬਖਸ਼ੀ ਹੈ। ਲੇਕਿਨ ਇਹ ਸਾਡੇ ਦਲੇਰ ਭਾਜੀ ਨੇ ਜਿਹੜੇ ਕਿ ਇੱਕ ਵਾਰੀ ਸੰਸਕਾਰ ਦੀ ਸੇਵਾ ਕਰਦਿਆਂ ਇਨਫੈਕਟ ਹੋ ਗਏ ਸੀਗੇ, ਲੇਕਿਨ 1.5 ਮਹੀਨਾ ਭਾਜੀ ਬਿਮਾਰ ਰਹੇ ਨੇ, ਔਰ ਉਸ 1.5 ਮਹੀਨੇ ਤੋਂ ਬਾਅਦ ਅੱਜ ਮਹਾਰਾਜ ਨੇ ਇਹਨਾਂ ਨੂੰ ਦੁਬਾਰ ਤੋਂ ਤੰਦਰੁਸਤੀ ਬਖਸ਼ੀ ਹੈ, ਔਰ ਇਹ ਨਿਰੰਤਰ ਸਾਡੇ ਨਾਲ ਸੇਵਾ ਨਿਭਾ ਰਹੇ ਨੇ। ਬਾਕੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਸਾਰਾ। ਤਾਂ ਬਾਈ ਜੀ, ਮੈਂ ਇਹੋ ਸਵਾਲ ਇਹਨਾਂ ਨਾਲ ਕਰਨ ਲੱਗਾ ਸੀਗਾ ਕਿ ਜਦੋਂ ਇਦਾਂ ਅਫੈਕਟਡ ਹੋ ਜੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਲਾਹਾਂ ਵੀ ਦਿੰਦੇ ਨੇ ਕਿ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਹੋ, ਤੁਸੀਂ ਇਹ ਕੰਮ ਨਾ ਕਰੋ, ਆਪਣੀ ਸਿਹਤ ਪਿਆਰੀ ਹੈ। ਬਹੁਤ ਲੋਕ ਇਸ ਚੀਜ਼ਾਂ ਦਾ ਖਿਆਲ ਵੀ ਰੱਖਦੇ ਨੇ, ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਇਸ ਜਿਹੀਆਂ ਚੀਜ਼ਾਂ ਦੱਸਦੇ ਵੀ ਨੇ। ਤੁਹਾਨੂੰ ਜਦੋਂ ਅਫੈਕਟਡ ਹੋਏ ਹੋ ਤਾਂ ਤੁਹਾਨੂੰ ਵੀ ਅਜਿਹੇ ਲੋਕ ਬਹੁਤ ਮਿਲੇ ਹੋਣਗੇ? ਹਾਂਜੀ, ਬਹੁਤ ਮੁਹੱਲੇ ਦੇ ਵੀ ਜਾਂ ਆਪਣੇ ਪਰਿਵਾਰ ਵਾਲੇ ਵੀ, ਤੇ ਬਟ ਫਿਰ ਮੇਰਾ ਮਨ ਜਿਹੜਾ ਸੀ, ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਬਈ ਇਹ ਸੇਵਾ ਮੈਂ ਜ਼ਰੂਰ ਕਰਨੀ ਹੈ, ਛੱਡਣੀ ਨਹੀਂ ਹੈਗੀ ਸੇਵਾ। ਤੇ ਫਿਰ ਮੈਂ ਘਰਦਿਆਂ ਨੂੰ ਵੀ ਸਮਝਾਇਆ, ਚਲੋ ਘਰ ਦੇ ਵੀ ਸਮਝ ਗਏ। ਉਹ ਕਹਿੰਦੇ ਚਲੋ ਠੀਕ ਹੈ, ਜਿੰਨੇ ਤੁਹਾਡੀ ਮਰਜ਼ੀ ਹੈ ਤੁਸੀਂ ਕਰੋ, ਪਰ ਪ੍ਰੀਕਾਸ਼ਨ ਰੱਖ ਕੇ ਕਰੋ। ਫਿਰ ਆਪਾਂ ਆਪਣੀ ਪ੍ਰੀਕਾਸ਼ਨ ਰੱਖ ਕੇ ਕਰ ਰਹੇ ਹਾਂ, ਤੇ ਬਸ ਠੀਕ ਹੈ ਜੀ, ਨਿਰੰਤਰ ਨਿਭਾ ਰਹੇ ਹਾਂ ਸੇਵਾ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਆਖਰੀ ਉਮੀਦ ਦੇ ਵੱਲੋਂ ਇਹ ਜਿਹੜੀ ਐਂਬੂਲੈਂਸ ਹੈ ਇਹੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਐਂਬੂਲੈਂਸ 2 ਦਿਨਾਂ ਦੇ ਵਿੱਚ ਲਾਂਚ ਹੋ ਜਾਏਗੀ, ਤੇ ਇਹ ਐਂਬੂਲੈਂਸ ਪੰਜਾਬ ਤੋਂ ਬਾਹਰ ਵੀ ਜੇਕਰ ਕਿਸੇ ਨੂੰ ਜ਼ਰੂਰਤ ਹੈਗਾ, ਸਪੋਜ਼ ਕਰੋ ਕੋਈ ਦਿੱਲੀ ਤੋਂ ਪੇਸ਼ੈਂਟ ਆਇਆ ਤਾਂ ਦਿੱਲੀ ਤੱਕ ਉਹਨਾਂ ਨੇ ਜਾਣਾ, ਤਾਂ ਉਹਦੇ ਲਈ ਵੀ ਇਹ ਸਿਰਫ 11 ਰੁਪਏ ਦੇ ਵਿੱਚ ਇਹ ਜਿਹੜੀ ਐਂਬੂਲੈਂਸ ਮੁਹੱਈਆ ਕਰਵਾਉਣਗੇ, ਤੇ ਲੋੜਵੰਦਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇਗੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।